ਪ੍ਰਭ ਤੁਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਸਜੇ ਹੋਏ ਸੁੰਦਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ, ਹਰਿ ਜਸ ਸਰਵਣ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਹੋਈ ਹੈ। ਜੋ ਸਾਹਿਬੇ ਕਮਾਲ ਸ਼ਮਸ਼ੇਰੇ ਬਹਾਦਰ ਨੀਲੇ ਦੇ ਸ਼ਾਹ ਸਵਾਰ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 353ਵੇਂ ਪ੍ਰਕਾਸ਼ ਦਿਹਾੜਿਆਂ ਦੇ ਸਮੇਂ ਮਹਾਰਾਜ ਦੇ ਦਰਬਾਰਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਦਰਸ਼ਨ ਦਿਦਾਰੇ ਕਰਕੇ ਆਪਾਂ ਸਾਰੇ ਹੀ ਲਾਹਾ ਪ੍ਰਾਪਤ ਕਰ ਰਹੇ ਹਾਂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਆਗਮ ਦੀ ਕਥਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੇ ਕੁਝ ਕਰਤੱਵ ਸੰਖੇਪ ਰੂਪ ਦੇ ਵਿੱਚ ਸਰਵਣ ਕਰਦੇ ਹਾਂ, ਹਾਜ਼ਰੀਆਂ ਭਰਦੇ ਹਾਂ, ਆਪਾਂ ਗੁਰੂ ਸਾਹਿਬ ਜੀ ਦੀਆਂ ਬਖਸ਼ਾਂ ਪ੍ਰਾਪਤ ਕਰਾਂਗੇ। ਨਾਲ ਹੀ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਵਿੱਚ ਹਾਜ਼ਰੀਆਂ ਭਰੀਏ, ਜੋ ਸਤਿਗੁਰੂ ਸਾਹਿਬ ਸਾਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਹਿਲਾਂ ਸਾਹਿਬਾਂ ਦੇ ਉਸ ਪਵਿੱਤਰ ਉਪਦੇਸ਼ ਦੀ ਲੜੀਵਾਰ ਵਿਚਾਰ ਕਰਨ ਉਪਰੰਤ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਸੰਬੰਧਿਤ ਮਹਾਰਾਜ ਦੇ ਜੀਵਨ ਦੇ ਦਰਸ਼ਨ ਦੀਦਾਰ ਕਰਾਂਗੇ। ਆਓ ਇਕਾਗਰਤਾ ਬਖਸ਼ੋ, ਰਸਨਾ ਪਵਿੱਤਰ ਕਰੀਏ। ਸਾਰੀ ਸੰਗਤ ਹੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਸਭੇ ਸੁਖ ਪਈ ਪ੍ਰਭ ਤੁਠੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅੰਗ 106 ਦੇ ਉੱਤੇ ਅੱਜ ਦਾ ਪਵਿੱਤਰ ਲੜੀਵਾਰ ਉਪਦੇਸ਼ ਸੁਭਾਏ ਮਾਨ ਹੈ। ਮਾਝ ਮਹੱਲਾ ਪੰਜਵਾ। ਮਾਝ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਸਭੇ ਸੁਖ ਭਏ ਪ੍ਰਭ ਤੁਠੇ। ਮਹਾਰਾਜ ਕਹਿੰਦੇ ਵੀ ਉਹਨਾਂ ਨੂੰ ਸਰਬੀ ਸੁਖ ਪ੍ਰਾਪਤ ਹੋ ਗਏ ਨੇ। ਆ ਕੇ ਕਿਹਨਾਂ ਨੂੰ ਸੁਖ ਪ੍ਰਾਪਤ ਹੋਏ ਨੇ? ਜਿਨ੍ਹਾਂ ਦੇ ਪ੍ਰਭੂ ਪਰਮੇਸ਼ਰ ਜੀ ਤਰੁੱਠ ਗਏ ਹਨ, ਜਿਨ੍ਹਾਂ ਦੇ ਵਾਹਿਗੁਰੂ ਦੀ ਖੁਸ਼ੀ ਹੋਈ ਆ, ਉਹਨਾਂ ਨੂੰ ਸਾਰੇ ਹੀ ਸੁਖ ਮਿਲ ਗਏ ਨੇ। ਪਰਮੇਸ਼ਰ ਦੀ ਖੁਸ਼ੀ ਦੇ ਵਿੱਚ ਹੀ ਸੁਖ ਹੈ, ਪਰਮੇਸ਼ਰ ਦੀ ਕਿਰਪਾ ਦੇ ਵਿੱਚ ਹੀ ਸਭ ਆਨੰਦ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਇੱਕ ਦਿਨ ਆਨੰਦਪੁਰ ਸਾਹਿਬ ਬੈਠੇ ਆ, ਕਹਿੰਦੇ ਵੀ ਕੋਈ ਸਿੱਖ ਉੱਠੋ ਜਿਹੜਾ ਸਾਨੂੰ ਘੋੜੇ ਦੇ ਉੱਤੇ ਰਕਾਬ 'ਚ ਪੈਰ ਰੱਖ ਕੇ ਚੜ੍ਹਦਿਆਂ ਹੋਇਆ ਗੁਰੂ ਗ੍ਰੰਥ ਸਾਹਿਬ ਸੁਣਾ ਦੇਵੇ ਸਾਰਾ। ਕੌਣ ਉੱਠੇ? ਹੁਣ ਇੱਦਾਂ ਕਿਵੇਂ ਹੋ ਸਕਦਾ ਮਹਾਰਾਜ? ਸੰਪੂਰਨ ਗੁਰੂ ਗ੍ਰੰਥ ਸਾਹਿਬ ਘੋੜੇ ਤੇ ਚੜ੍ਹਦਿਆਂ ਸੁਣਾ ਦਈਏ। ਸਭ ਚੁੱਪ ਛਾ ਗਈ। ਇੱਕ ਸਿੱਖ ਮਹਾਰਾਜ ਦਾ ਕਾਹੀ, ਘੋੜਿਆਂ ਦੀ ਸੇਵਾ ਕਰਨ ਵਾਲਾ, ਕਹਿੰਦਾ ਪਾਤਸ਼ਾਹ ਜੇ ਤੁਹਾਡੀ ਕਿਰਪਾ ਹੋਵੇ ਤਾਂ ਮੈਂ ਸੁਣਾ ਸਕਦਾ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਅੱਛਾ। ਮੁਸਕਰਾਏ ਸਾਹਿਬ। ਸਤਿਗੁਰੂ ਸਾਹਿਬ ਜਦੋਂ ਰਕਾਬ ਦੇ ਵਿੱਚ ਚਰਨ ਰੱਖ ਕੇ ਘੋੜੇ ਤੇ ਸਵਾਰ ਹੋਣ ਲੱਗੇ, ਜਦੋਂ ਸਤਿਗੁਰਾਂ ਨੇ ਚਰਨ ਰੱਖਿਆ
ਉਧਰੋਂ ਸਿੱਖ ਕਹਿਣ ਲੱਗਾ ਇੱਕ ਓੰਕਾਰ। ਜਦੋਂ ਸਤਿਗੁਰੂ ਜੀ ਥੋੜਾ ਤਾਂ ਨੂੰ ਹੋਏ, ਕਹਿੰਦਾ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੈਰਾਨ ਹੋ ਗਏ, ਸਤਿਗੁਰੂ ਜੀ ਹੱਸਣ ਲੱਗ ਪਏ। ਸਿੱਖ ਵੇਖਦੇ ਆ, ਕਹਿੰਦੇ ਮਹਾਰਾਜ ਇਹ ਕੀ? ਇਹਨੇ ਕਿਹਾ ਵੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੁਸੀਂ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਾਰਾ ਪਾਠ ਸੁਣਾ ਦੇਵੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ ਅਸਲ ਦੇ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ ਇਹੀ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਾਵ ਕਿ ਇੱਕ ਓੰਕਾਰ ਦੀ ਗੱਲ ਹੈ, ਵਾਹਿਗੁਰੂ ਦੀ ਗੱਲ ਹੈ, ਵਾਹਿਗੁਰੂ ਦੇ ਸੰਬੰਧੀ ਉਪਦੇਸ਼ ਹੈ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਉਹ ਇੱਕ ਓੰਕਾਰ ਦੀ ਪ੍ਰਾਪਤੀ ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਖੁਸ਼ੀ ਦੇ ਨਾਲ ਹੁੰਦੀ ਹੈ। ਇਹ ਸੰਦੇਸ਼ ਹੈ ਵੀ ਜਿਹਨੇ ਇੱਕ ਓੰਕਾਰ ਨੂੰ ਮਿਲਣਾ ਹੈ ਉਹ ਗੁਰੂ ਦੀ ਪ੍ਰਸਾਦ ਕਿਰਪਾ ਪ੍ਰਾਪਤ ਕਰੇ। ਗੁਰੂ ਦੀ ਕਿਰਪਾ ਬਿਨਾਂ ਕੁਝ ਪ੍ਰਾਪਤ ਨਹੀਂ ਹੋਣਾ। ਇਹੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ। ਫਿਰ 10ਵੇਂ ਪਾਤਸ਼ਾਹ ਨੇ ਉਹਨਾਂ ਸਾਰਿਆਂ ਸਿੱਖਾਂ ਨੂੰ ਇਹੀ ਸਮਝਾਇਆ ਸੀ ਵੀ ਜੇ ਤੁਹਾਡੇ ਤੇ ਤੁਹਾਡਾ ਗੁਰੂ ਹੀ ਖੁਸ਼ ਨਹੀਂ, ਜੇ ਤੁਹਾਡੀ ਕਰਨੀ ਕਮਾਈ ਗੁਰੂ ਦੇ ਅਨੁਸਾਰ ਹੀ ਨਹੀਂ ਹੈ, ਮਹਾਰਾਜ ਸਾਹਿਬ ਦੀ ਪ੍ਰਸੰਨਤਾ ਹੀ ਨਹੀਂ ਹੈ, ਫਿਰ ਸਮਝੋ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੀ ਨਹੀਂ, ਪਾਠ ਕੀਤਾ ਹੀ ਨਹੀਂ ਤੁਸੀਂ ਗੁਰੂ ਮਹਾਰਾਜ ਦੀ ਬਾਣੀ ਦਾ। ਸੋ ਇਸ ਤਰ੍ਹਾਂ ਗੁਰੂ ਦੀ ਕਿਰਪਾ ਵਿੱਚ ਹੀ ਸਾਧ ਸੰਗਤ ਸਾਰਾ ਕੁਝ ਹੈ। ਤੇ ਪੰਚਮ ਪਾਤਸ਼ਾਹ ਕਹਿੰਦੇ ਵੀ ਉਹਨਾਂ ਨੂੰ ਸਾਰੇ ਹੀ ਸੁੱਖ ਮਿਲ ਗਏ ਨੇ। ਸਾਰੇ ਹੀ ਸੁੱਖ, ਇੱਕ ਸੁੱਖ ਨਹੀਂ ਕਿਹਾ ਵੀ ਕੋਈ ਸੰਸਾਰ ਦਾ ਇੱਕ ਸੁੱਖ ਹੋਵੇ, ਇੱਕ ਪੱਖ ਨਹੀਂ ਕਿਹਾ। ਸਾਰੇ ਹੀ ਸੁੱਖ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਗਏ ਨੇ ਜਿਨ੍ਹਾਂ ਤੇ ਪ੍ਰਭੂ ਪਰਮੇਸ਼ਰ ਜੀ ਪ੍ਰਸੰਨ ਹੋ ਗਏ ਨੇ, ਜਿੱਤੇ ਵਾਹਿਗੁਰੂ ਦੀ ਪ੍ਰਸਾਦ ਹੋ ਗਈ ਹੈ, ਕਿਰਪਾ ਹੋ ਗਈ ਹੈ। ਗੁਰਪੂਰੀ ਕੀ ਚਰਨ ਮਨ ਉਠੀ। ਪਰ ਇਹ ਸਾਰੀ ਬਖਸ਼ਿਸ਼ ਕਿਹਨਾਂ ਦੇ ਹੋਈ ਹੈ, ਕਿਵੇਂ ਸੁੱਖ ਮਿਲੇ? ਕਿਉਂਕਿ ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ, ਉਹਨਾਂ ਦੇ ਹਿਰਦੇ ਦੇ ਅੰਦਰ ਗੁਰਪੂਰੇ ਕੇ ਪੂਰਨ ਗੁਰੂ ਦੇ, ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਮਨ ਦੇ ਵਿੱਚ ਮੁੱਠੇ ਵਸ ਗਏ ਨੇ। ਗੁਰਾਂ ਦੇ ਚਰਨ ਮਨ ਵਿੱਚ ਵਸੇ, ਭਾਵ ਕਿ ਗੁਰਾਂ ਦਾ ਧਿਆਨ ਮਨ ਵਿੱਚ ਵਸ ਗਿਆ ਹੈ। ਧਿਆਨ ਮਨ ਵਿੱਚ ਵਸਿਆ ਭਾਵ ਗੁਰੂ ਸਾਹਿਬ ਦੀ ਸਿੱਖਿਆ, ਗੁਰੂ ਦੀ ਬਾਣੀ, ਗੁਰੂ ਦਾ ਹੁਕਮ ਮਨ ਵਿੱਚ ਵਸ ਗਿਆ ਹੈ ਉਹਨਾਂ ਦੇ। ਤੇ ਜਿਨ੍ਹਾਂ ਦੇ ਮਨ ਵਿੱਚ ਗੁਰਾਂ ਦਾ ਹੁਕਮ ਵਸ ਗਿਆ ਉਹਨਾਂ ਨੂੰ ਪਾਤਸ਼ਾਹ ਜੀ ਕਹਿੰਦੇ ਵੀ ਸਾਰੇ ਹੀ ਸੁਖ ਆਨੰਦ ਹਨ। ਸਹਿਜ ਸਮਾਧ ਲਗੀ ਲਿਵ ਅੰਤਰ। ਤੇ ਫਿਰ ਜਿਨ੍ਹਾਂ ਦੇ ਮਨ ਵਿੱਚ ਵਸਿਆ ਹੈ ਉਹਨਾਂ ਦੀ ਹੋਰ ਅੱਗੇ ਨਿਸ਼ਾਨੀ ਦੱਸਦੇ ਨੇ। ਕਹਿੰਦੇ ਜਦੋਂ ਮਨ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਵਸੇ, ਸਹਿਜ ਸਮਾਧ ਲੱਗੀ ਲਿਵ ਅੰਤਰ। ਕਹਿੰਦੇ ਵੀ ਸਹਿਜੇ ਹੀ ਨਾ ਸੁਤੇ ਸਿੱਧੀ ਉਹਨਾਂ ਦੀ ਸਮਾਧੀ ਲੱਗ ਗਈ ਹੈ, ਨਿਰਵਿਕਲਪ ਸਮਾਧੀ। ਇੱਕ ਸਾਵਕਲਪ ਸਮਾਧੀ ਹੁੰਦੀ ਹੈ, ਇੱਕ ਨਿਰਵਿਕਲਪ ਸਮਾਧੀ ਹੈ। ਸਾਵਕਲਪ ਸਮਾਧੀ ਹੈ ਵੀ ਸਮਾਧੀ ਲੱਗੀ ਹੋਵੇ, ਬਾਣੀ ਪੜ੍ਹਦੇ ਹੋਈਏ, ਪਰ ਮਨ ਵਿੱਚ ਫੁਰਨੇ ਵੀ ਕੋਈ ਨਾ ਕੋਈ ਆ ਜਾਂਦੇ ਹੋਣ, ਕੋਈ ਨਾ ਕੋਈ ਖਾਹਸ਼ ਵੀ ਹੋਵੇ ਵੀ ਮੈਨੂੰ ਆਹ ਮਿਲ ਜੇ, ਆਹ ਮਿਲ ਜੇ। ਜਿਵੇਂ ਭਾਈ ਗੋਪਾਲੇ ਨੇ ਕਿਹਾ ਸੀ ਵੀ ਮਹਾਰਾਜ ਘੋੜਾ ਹੀ ਦੇ ਦੇਣ, ਜੇ ਖੁਸ਼ ਹੋਏ ਨੇ ਮੇਰੇ ਤੇ ਜਪਜੀ ਸਾਹਿਬ ਦਾ ਪਾਠ ਸੁਣ ਕੇ ਛੇਵੇਂ ਪਾਤਸ਼ਾਹ। ਇਵੇਂ ਇਹ ਵਿਕਲਪ ਸਮਾਧੀ ਹੈ, ਸੰਕਲਪ ਦੇ ਸਹਿਤ। ਨਿਰਵਿਕਲਪ ਜਦੋਂ ਕੋਈ ਵਿਕਲਪ ਹੀ ਨਹੀਂ ਹੈ, ਜਦੋਂ ਕੋਈ ਖਾਹਸ਼ ਹੀ ਨਹੀਂ ਹੈ, ਕੁਝ ਫੁਰਨਾ ਉੱਠਦਾ ਹੀ ਨਹੀਂ, ਬਸ ਪਰਮੇਸ਼ਰ ਦੇ ਨਾਮ ਵਿੱਚ ਬੰਦਗੀ ਚ ਲੀਨ ਹੈ, ਉਹ ਗੁਰਮੁਖਾਂ ਦੀ ਮਹਾਰਾਜ ਕਹਿੰਦੇ ਸਹਿਜ ਸਮਾਧ ਲੱਗੀ ਲਿਵ ਅੰਤਰ। ਉਹਨਾਂ ਦੀ ਜਿਹੜੀ ਲਿਵ ਬਿਰਤੀ ਹੈ ਉਹ ਇੱਕ ਰਸ ਵਾਹਿਗੁਰੂ ਦੇ ਨਾਲ ਜੁੜੀ ਹੋਈ ਹੈ। ਅੰਦਰ ਪਰਮੇਸ਼ਰ ਦੇ ਸਰੂਪ ਵਿੱਚ ਧਿਆਨ ਹੈ, ਅੰਦਰੋਂ ਬਿਰਤੀ ਵੀ ਲਗਾਤਾਰ ਵਾਹਿਗੁਰੂ ਵਿੱਚ ਹੈ, ਤੇ ਸਮਾਧੀ ਵੀ ਸੁਤੇ ਸਿੱਧ ਸਦਾ ਲੱਗੀ ਰਹਿੰਦੀ ਪਰਮੇਸ਼ਰ ਨਾਲ। ਸੋ ਰਸ ਸੋਈ ਜਾਣੈ ਜੀ। ਪਰ ਜੇ ਕੋਈ ਆਖੇ ਵੀ ਉਹ ਸਹਿਜ ਸਮਾਧ ਦਾ ਸੁੱਖ ਕੀ ਹੈ, ਆਨੰਦ ਕੀ ਹੈ, ਵੀ ਦੱਸੋ ਸਾਨੂੰ ਬਿਆਨ ਕਰਕੇ, ਤਾਂ ਮਹਾਰਾਜ ਕਹਿੰਦੇ ਵੀ ਇਹ ਨਹੀਂ ਦੱਸ ਸਕਦੇ, ਕਿਉਂਕਿ ਸੋ ਰਸ, ਉਹ ਜਿਹੜਾ ਰਸ ਆਇਆ ਹੈ ਨਾ, ਜਿਹੜਾ ਆਨੰਦ ਆਇਆ ਹੈ ਸਮਾਧੀ ਦਾ, ਪਰਮੇਸ਼ਰ ਦੇ ਸਰੂਪ ਵਿੱਚ ਲੀਨ ਹੋਣ ਦਾ, ਇਹ ਉਹੀ ਗੁਰਮੁਖ ਹੀ ਜਾਣ ਸਕਦੇ ਨੇ। ਜਿਵੇਂ ਕਿਸੇ ਦੇ ਮੂੰਹ ਦੇ ਵਿੱਚ ਮਿੱਠਾ ਭਰਿਆ ਹੋਵੇ, ਉਹਨੂੰ ਮਿੱਠਾ ਖਾਂਦੇ ਨੂੰ ਕਹੋ ਵੀ ਦੱਸ ਕਿੱਦਾਂ ਦਾ ਸਵਾਦ ਹੈ, ਮੂੰਹ ਤਾਂ ਭਰਿਆ ਹੈ, ਉਹ ਨਹੀਂ ਦੱਸ ਸਕਦਾ। ਖੰਡ ਤੋਂ ਖਾਲੀ ਮੂੰਹ ਹੋਵੇ ਫੇਰ ਬੋਲ ਕੇ ਦੱਸੂ ਵੀ ਕਿੱਦਾਂ ਦਾ ਰਸ ਹੈ। ਪਰ ਜਿਹਦੇ ਮੂੰਹ ਦੇ ਵਿੱਚ ਰਸ ਆ ਰਿਹਾ ਏ, ਜਿਹਨੇ ਖੰਡ ਦਾ ਫੱਕਾ ਭਰਿਆ ਅੰਦਰ ਮੁਖ ਦੇ ਵਿੱਚ,
ਉਹ ਬੋਲ ਕੇ ਨਹੀਂ ਦੱਸ ਸਕਦਾ, ਕਿਉਂਕਿ ਬੋਲਿਆ ਹੀ ਨਹੀਂ ਜਾਣਾ, ਉਹ ਰਸ ਲੈਣ ਵਿੱਚ ਮਸਤ ਹੈ। ਇਵੇਂ ਜਿਨ੍ਹਾਂ ਦੀ ਸਮਾਧ ਲੱਗੀ ਹੈ, ਜੇ ਕੋਈ ਆਖੇ ਵੀ ਤੁਹਾਨੂੰ ਕਿੰਨਾ ਕੁ ਆਨੰਦ ਆਇਆ, ਉਹ ਮੁਸਕਰਾ ਕੇ ਦੱਸ ਤਾਂ ਸਕਦੇ ਨੇ ਵੀ ਹਾਂ ਆਨੰਦ ਹੈ, ਪਰ ਕਿੰਨਾ ਆਇਆ ਇਹ ਕਿਵੇਂ ਦੱਸਣ ਜਦੋਂ ਸਮਾਧੀ ਲੱਗੀ ਹੋਈ ਹੈ। ਸਮਾਧੀ ਟੁੱਟੇ ਤਾਂ ਫੇਰ ਹੀ ਤਾਂ ਉਹ ਗੱਲ ਕਰਨਾ ਵੀ ਬੜਾ ਆਨੰਦ ਸੀ ਜਾਂ ਕਿਵੇਂ ਹੈ। ਜਿਨ੍ਹਾਂ ਦੀ ਸਹਿਜ ਸਮਾਧ ਲੱਗ ਗਈ ਉਹ ਸਦਾ ਲੀਨ ਰਹਿੰਦੇ ਨੇ, ਵਾਹਿਗੁਰੂ ਦੇ ਵਿੱਚ ਬਿਰਤੀ ਜੁੜੀ ਰਹਿੰਦੀ ਹੈ, ਉਹ ਆਨੰਦ ਉਹ ਰਸ ਉਹੀ ਗੁਰਮੁਖੀ ਜਾਣਦੇ ਹਨ ਜੀ। ਅਗਮ ਅਗੋਚਰ ਸਾਹਿਬ ਮੇਰਾ। ਮਹਾਰਾਜ ਕਹਿੰਦੇ ਜੋ ਮੇਰਾ ਮਾਲਕ ਹੈ ਉਹ ਅਗਮ ਅਸ਼ੁੱਧ ਮਨ ਕਰਕੇ ਜਾਂ ਮਨ ਦੇ ਸੰਕਲਪਾਂ ਕਰਕੇ ਉੱਥੋਂ ਤਾਈਂ ਪਹੁੰਚ ਨਹੀਂ ਸਕਦੇ, ਉਹ ਅਪਹੁੰਚ ਹੈ, ਅਗਮ ਹੈ। ਅਗੋਚਰ ਸਾਡੇ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਉਹ, ਕਿਉਂਕਿ ਸਾਡੇ ਇੰਦਰੇ ਜਿਹੜੇ ਹਨ ਇਹਨਾਂ ਦਾ ਵਿਸ਼ਾ ਜ਼ੁਬਾਨ ਜਿਹੜੀ ਹੈ ਇਹ ਵਾਕ ਇੰਦਰਾ ਵੀ ਹੈ। ਜ਼ੁਬਾਨ ਜਿਹੜੀ ਹੈ ਪਦਾਰਥਾਂ ਦੇ ਵਿੱਚੋਂ ਰਸ ਵੀ ਲੈਂਦੀ ਹੈ, ਦੱਸਦੀ ਹੈ ਵੀ ਇਹਦਾ ਸਵਾਦ ਕੈਸਾ ਹੈ। ਉਹ ਪਰਮੇਸ਼ਰ ਬਾਰੇ ਕੁਝ ਬੋਲ ਕੇ ਕਹਿ ਨਹੀਂ ਸਕਦੀ ਵੀ ਉਹਦਾ ਸਰੂਪ ਕਿੱਦਾਂ ਦਾ, ਤੇ ਨਾ ਹੀ ਉਸ ਵਾਹਿਗੁਰੂ ਕੋਈ ਖੱਟੀ ਮਿੱਠੀ ਚੀਜ਼ ਹੈ ਵੀ ਜ਼ੁਬਾਨ ਤੇ ਰੱਖ ਕੇ ਪਤਾ ਲੱਗ ਜੇ। ਅੱਖਾਂ ਵੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਹੱਥ ਸਪਰਸ਼ ਨਹੀਂ ਕਰ ਸਕਦੇ, ਇਸ ਕਰਕੇ ਅਗੋਚਰ ਹੈ। ਅਗਮ ਅਗੋਚਰ ਸਾਹਿਬ ਮੇਰਾ, ਤੇ ਉਹ ਸਾਡਾ ਸਾਹਿਬ ਮਾਲਕ ਹੈ, ਸਿਰ ਦਾ ਸਾਈਂ ਹੈ ਸਾਰਿਆਂ ਦਾ। ਘਾਟ ਘਾਟ ਅੰਤਰ ਵਰਤੈ ਨੀਰਾ। ਫਿਰ ਮਹਾਰਾਜ ਜੇ ਉਹ ਦਿਖਦਾ ਨਹੀਂ ਹੈ ਫਿਰ ਉਹ ਕਿੱਥੇ ਰਹਿੰਦਾ ਹੈ? ਸਾਹਿਬ ਕਹਿੰਦੇ ਰਹਿੰਦਾ ਤਾਂ ਸਾਰਿਆਂ ਦੇ ਅੰਦਰ ਹੀ ਹੈ, ਬਸ ਇਹ ਹੈ ਵੀ ਸਾਡੇ ਇੰਦਰੀਆਂ ਦੇ ਬਾਹਰ ਵਾਲੇ ਜਿਹੜੇ ਜੋ ਸਾਡਾ ਸੁਭਾਅ ਹੈ, ਬਾਹਰੀ ਸੁਭਾਅ ਕਰਕੇ ਬਾਹਰਮੁਖ ਬਿਰਤੀ ਕਰਕੇ ਨਹੀਂ ਉਹਦਾ ਸਰੂਪ ਅਨੁਭਵ ਹੁੰਦਾ, ਅੰਤਰਮੁਖ ਬਿਰਤੀ ਕਰਨੀ ਪੈਂਦੀ। ਉਹ ਘਟ ਘਟ ਵਿੱਚ ਹੈ, ਹਰ ਹਿਰਦੇ ਵਿੱਚ ਹੈ, ਚੌਹਾਂ ਖਾਣੀਆਂ ਦੇ ਸਰੀਰਾਂ ਦੇ ਵਿੱਚ ਹੈ, ਸਭ ਦਿਲਾਂ ਦੇ ਅੰਦਰ ਹੈ। ਕਹਿੰਦੇ ਕਿੰਨਾ ਕੁ ਵਰਤੈ ਨੇਰਾ, ਨੇੜੇ ਤੋਂ ਨੇੜੇ ਹੋ ਕੇ, ਭਾਵ ਤੇਰੇ ਹਿਰਦੇ ਦੇ ਵਿੱਚ ਹੀ ਉਹ ਵਰਤ ਰਿਹਾ, ਵਸ ਰਿਹਾ ਹੈ। ਸਦਾ ਅਲਿਪਤ ਜੀਆ ਕਾ ਦਾਤਾ। ਫਿਰ ਨਾਲ ਹੀ ਮਹਾਰਾਜ ਇਹ ਵੀ ਬਚਨ ਕਰਦੇ ਐ ਵੀ ਤੇਰੇ ਅੰਦਰ ਵਸਦਾ। ਫਿਰ ਕਿਤੇ ਇਹ ਨਾ ਸਮਝਣੀ ਵੀ ਮੈਂ ਜਿਵੇਂ ਪਾਪ ਪੁੰਨ ਕਰਦਾ ਐ ਵੀ ਉਹ ਵੀ ਪਾਪਾਂ ਪੁੰਨਾਂ ਦਾ ਭਾਗੀਦਾਰ ਹੁੰਦਾ। ਮਹਾਰਾਜ ਕਹਿੰਦੇ ਨਹੀਂ, ਹੈ ਤਾਂ ਤੇਰੇ ਅੰਦਰ ਪਰ ਸਦਾ ਆਲਿਪਤ, ਪਰ ਉਹ ਅਲਿਪਤ ਹੈ, ਨਿਰਲੇਪ ਹੈ। ਜਿਵੇਂ ਸੂਰਜ ਦਾ ਅਕਸ਼ ਸਾਫ਼ ਪਾਣੀ ਵਿੱਚੋਂ ਵੀ ਦਿਖਾਈ ਦਿੰਦਾ ਏ, ਸੂਰਜ ਦਾ ਅਕਸ਼ ਗੰਦੇ ਪਾਣੀ ਚੋਂ, ਗੰਦੇ ਨਾਲੇ ਚੋਂ ਵੀ ਦਿਖਾਈ ਦਿੰਦਾ ਹੈ। ਸਾਫ਼ ਪਾਣੀ ਕਰਕੇ ਸੂਰਜ ਸਾਫ਼ ਨਹੀਂ ਹੈ, ਤੇ ਗੰਦੇ ਪਾਣੀ ਕਰਕੇ ਸੂਰਜ ਗੰਦਾ ਨਹੀਂ ਹੈ। ਦਿਖਦਾ ਜ਼ਰੂਰ ਹੈ ਪਰ ਹੈ ਨਿਰਲੇਪ। ਇਵੇਂ ਵਾਹਿਗੁਰੂ ਆਤਮਾ ਰੂਪ ਹੋ ਕੇ ਸਾਰਿਆਂ ਦੇ ਨੇੜੇ ਤੋਂ ਨੇੜੇ ਅੰਦਰ ਵਸ ਰਿਹਾ ਏ, ਪਰ ਸਾਡੇ ਪਾਪਾਂ ਪੁੰਨਾਂ ਦਾ ਭਾਗੀਦਾਰ ਨਹੀਂ, ਇਸ ਕਰਕੇ ਸਦਾ ਅਲਿਪਤ, ਸਦਾ ਨਿਰਲੇਪ ਰਹਿੰਦਾ ਹੈ। ਤੇ ਜੀਆ ਕਾ ਦਾਤਾ, ਸਭ ਜੀਵਾਂ ਨੂੰ ਰੋਜੀ ਸਵਾਸ ਨਾਮ ਬ੍ਰਹਮ ਗਿਆਨ ਜੀਵਨ ਦੀ ਦਾਤ ਦੇਣ ਵਾਲਾ ਦਾਤਾ ਹੈ। ਉਹ ਵਿਰਲ ਆਪ ਪਛਾਣੈ ਜੀਓ। ਕਹਿੰਦੇ ਮਹਾਰਾਜ ਫਿਰ ਇਸ ਦਿਖਦਾ ਕਿਉਂ ਨਹੀਂ, ਸਮਝ ਕਿਉਂ ਨਹੀਂ ਆਉਂਦੀ? ਸਾਹਿਬ ਕਹਿੰਦੇ ਕੋਈ ਵਿਰਲਾ ਜਨ ਗੁਰੂ ਦੀ ਸਿੱਖਿਆ ਦੁਆਰਾ ਉਸ ਵਾਹਿਗੁਰੂ ਨੂੰ ਆਪਣਾ ਆਪ ਰੂਪ ਕਰਕੇ ਪਛਾਣ ਲੈਂਦਾ ਏ ਵੀ ਮਨਾ ਤੂੰ ਉਸ ਵਾਹਿਗੁਰੂ ਦੀ ਹੀ ਅੰਸ਼ ਹਾਂ। ਪ੍ਰਭ ਮਿਲਣ ਕੀ ਇਹ ਨਿਸ਼ਾਨੀ। ਸਵਾਲ ਹੈ ਮਹਾਰਾਜ ਜਿਹੜੇ ਪ੍ਰਭੂ ਨੂੰ ਮਿਲੇ ਹੋਏ ਹਨ ਉਹਨਾਂ ਦਾ ਕਿਵੇਂ ਪਤਾ ਲੱਗੇ? ਤਾਂ ਗੁਰੂ ਸਾਹਿਬ ਕਹਿੰਦੇ ਪ੍ਰਭ ਮਿਲਣਾ ਕੀ ਇਹ ਨਿਸ਼ਾਨੀ। ਕਹਿੰਦੇ ਪ੍ਰਭੂ ਨੂੰ ਮਿਲਣ ਵਾਲਿਆਂ ਦੀ ਜਾਂ ਪ੍ਰਭ ਦੇ ਨਾਲ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਨਿਸ਼ਾਨੀ ਦੱਸਦੇ ਆ, ਇਹ ਚਿੰਨ ਹੈ ਵੀ ਉਹ ਚਿੰਨ ਜਿਨ੍ਹਾਂ 'ਚ ਹੋਣ ਉਹ ਪ੍ਰਭੂ 'ਚ ਮਿਲੇ ਹਨ। ਜੇ ਤੁਹਾਡੇ ਵਿੱਚ ਹੋਣ ਤਾਂ ਸਮਝ ਲਓ ਵੀ ਸਾਨੂੰ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ। ਮਨ ਇੱਕੋ ਸੱਚਾ ਹੁਕਮ ਪਛਾਣੀ। ਉਹ ਨਿਸ਼ਾਨੀ ਕੀ ਹੈ? ਮਨ ਇੱਕੋ ਸੱਚਾ ਹੁਕਮ ਪਛਾਣੀ। ਕਹਿੰਦੇ ਸਦਾ ਸੱਚੇ ਵਾਹਿਗੁਰੂ ਦੇ ਹੁਕਮ ਨੂੰ ਹੀ ਪਛਾਨਣਾ ਕਰੀਏ, ਉਸ ਵਾਹਿਗੁਰੂ ਦੀ ਆਗਿਆ ਨੂੰ, ਉਹਦੀ ਰਜ਼ਾ ਨੂੰ ਸਤ ਕਰਕੇ ਮੰਨੀਏ, ਤੇ ਮਨ ਇੱਕੋ, ਤੇ ਮਨ ਦੇ ਵਿੱਚ ਵੀ ਉਹ ਇੱਕ ਪਰਮੇਸ਼ਰ ਨੂੰ ਹੀ ਵਸਾਉਣਾ ਕਰੀਏ, ਫੇਰ ਪਰਮੇਸ਼ਰ ਵਾਹਿਗੁਰੂ ਮਿਲਦਾ ਹੈ। ਜਾਂ ਜਿਨ੍ਹਾਂ ਨੂੰ ਮਿਲਿਆ ਹੈ ਉਹਨਾਂ ਦੀ ਨਿਸ਼ਾਨੀ ਹੈ ਵੀ ਮਨ ਇੱਕੋ, ਉਹਨਾਂ ਦੇ ਮਨ ਵਿੱਚ ਦੂਈ ਦਵੈਤ ਦੀ ਗੱਲ ਹੀ ਨਹੀਂ ਹੈ, ਬਸ ਇੱਕ ਪਰਮੇਸ਼ਰ ਵਸਿਆ ਹੈ, ਸਦਾ ਇੱਕੋ ਹੀ ਨਾਲ ਜੁੜੇ ਰਹਿੰਦੇ ਨੇ, ਇੱਕ ਵਾਹਿਗੁਰੂ ਨੂੰ ਹੀ ਵੇਖਦੇ ਸਾਰਿਆਂ ਦੇ ਵਿੱਚ, ਇੱਕ ਨੂੰ ਹੀ ਸਾਰਿਆਂ 'ਚ ਸਮਾਇਆ ਹੋਇਆ ਜਾਣਦੇ ਨੇ।
ਤੇ ਸਦਾ ਸੱਚੇ ਵਾਹਿਗੁਰੂ ਦੇ ਹੁਕਮ ਨੂੰ ਪਛਾਣਦੇ ਨੇ ਵੀ ਇਹ ਸਾਡੇ ਭਲੇ ਵਾਸਤੇ ਕਿਆ ਹੁਕਮ ਹੈ। ਵਾਹਿਗੁਰੂ ਦੀ ਆਗਿਆ ਨੂੰ, ਪਰਮੇਸ਼ਰ ਦੀ ਰਜ਼ਾ ਨੂੰ ਸਤ ਕਰਕੇ ਮੰਨਦੇ ਨੇ। ਸਾਧ ਸੰਗਤ ਜੀ, ਆਗਿਆ ਵੀ ਜਿਹੜੀ ਹੈ ਨਾ, ਇਹ ਅਸੀਂ ਆਪਣੇ ਹਿਸਾਬ ਨਾਲ ਰੱਖੀ ਹੋਈ ਹੈ ਵੀ ਆਹ ਮੰਨ ਲਓ ਤੇ ਆਹ ਰਹਿਣ ਦਿਓ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਰਾਂ ਲੰਘ ਰਹੇ ਸਨ ਅਨੰਦਪੁਰ ਸਾਹਿਬ, ਤੇ ਇੱਕ ਸਿੱਖ ਲੇਪਣ ਕਰ ਰਿਹਾ ਸੀ ਕੰਧ ਨੂੰ, ਉਹਨੂੰ ਲੇਪਣੀ ਸਿੰਘ ਕਹਿੰਦੇ ਸਨ। ਉਹ ਜਦੋਂ ਲੇਪਣ ਕਰ ਰਿਹਾ, ਮਹਾਰਾਜ ਸਾਹਿਬ ਲਾਗਿਓਂ ਦੀ ਲੰਘੇ ਤਾਂ ਉਹ ਲੇਪਣ ਕਰਦਿਆਂ ਹੋਇਆ ਮਹਾਰਾਜ ਦੇ ਚੋਲੇ ਦੇ ਸਿੱਟੇ ਪੈ ਗਏ ਉਸ ਮਿੱਟੀ ਦੇ। ਮਹਾਰਾਜ ਕਹਿੰਦੇ ਵੀ ਇਹ ਸਿੰਘ ਨੂੰ ਪਤਾ ਨਹੀਂ ਵੀ ਸੇਵਾ ਕਿਵੇਂ ਕਰਨੀ ਹੈ, ਵੀ ਆਸਾ ਆਲਾ ਦੁਆਲਾ ਵੀ ਵੇਖਣਾ, ਸੇਵਾ ਕਰਦੇ ਆ ਵੀ ਇਹ ਨਹੀਂ ਤੂੰ ਸੇਵਾ ਕਰਦਾ ਏ ਤੇ ਕਿਸੇ ਦਾ ਤੂੰ ਨੁਕਸਾਨ ਕਰਦੇ। ਕਹਿੰਦੇ ਵੀ ਇਹਦੇ ਤਮਾਚਾ ਮਾਰੋ। ਗੁਰਾਂ ਦੇ ਮੁਖੋਂ ਇਹ ਗੱਲ ਨਿਕਲਣ ਦੀ ਦੇਰ ਸੀ ਵੀ ਇਹਦੇ ਚਪੇੜ ਮਾਰੋ। ਉਹ ਜਿੰਨੇ ਵੀ ਲਾਗੇ ਸਿੱਖ ਸਨ ਸਾਰੇ ਟੁੱਟ ਕੇ ਪੈ ਗਏ। ਸਾਰਿਆਂ ਮਾਰੀ, ਵੱਧ ਕੇ ਮਾਰੀਆਂ, ਇੱਕ ਤੋਂ ਵੱਧ ਮਾਰੀਆਂ, ਕੇਸਾਂ 'ਚ ਵੀ ਮਾਰੀਆਂ, ਦਸਤਾਰ ਵੀ ਖਿਲਰ ਗਈ, ਥੱਲੇ ਹੀ ਸੁੱਟ ਲਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹਦਾ ਐਡਾ ਵੱਡਾ ਗੁਨਾਹ ਤਾਂ ਹੈ ਨਹੀਂ ਸੀ ਜਿੰਨੀ ਇਹਨੂੰ ਸਜ਼ਾ ਮਿਲ ਚੁੱਕੀ ਹੈ। ਸਾਹਿਬ ਕਹਿੰਦੇ ਜੇ ਅਸੀਂ ਕਿਹਾ ਸੀ ਵੀ ਇਹਦੇ ਤਮਾਚਾ ਮਾਰੋ ਤਾਂ ਜਿਹੜੇ ਸਿੱਖ ਨੇ ਪਹਿਲਾਂ ਤਮਾਚਾ ਚਪੇੜ ਮਾਰ ਦਿੱਤੀ, ਉਹ ਤੋਂ ਬਾਅਦ ਦੂਸਰਾ ਹੀ ਨਾ ਕੋਈ ਮਾਰਦਾ। ਕਹਿੰਦੇ ਤੁਸੀਂ ਤੇ ਦੂਜੇ ਨੇ, ਤੀਜੇ ਨੇ, ਚੌਥੇ ਨੇ, ਸਾਰਿਆਂ ਨੇ ਮਾਰੀਆਂ, ਕੇਸਾਂ 'ਚ ਵੀ ਮਾਰੀਆਂ, ਕੇਸਾਂ ਦੀ ਵੀ ਬੇਅਦਬੀ ਕੀਤੀ ਤੇ ਇੱਕ ਤੋਂ ਵਧੇਕ ਇਹਨੂੰ ਮਾਰ ਪਈ। ਐਡਾ ਤਾਂ ਇਹਦਾ ਗੁਨਾਹ ਨਹੀਂ ਸੀ, ਇਹਦੇ ਨਾਲ ਧੱਕਾ ਹੋਇਆ ਹੈ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਉਂ ਕਰੋ ਵੀ ਜੇ ਸਾਡਾ, ਉਹ ਸਿੱਖ ਕਹਿਣ ਲੱਗੇ ਮਹਾਰਾਜ ਤੁਹਾਡਾ ਹੁਕਮ ਹੋਇਆ ਸੀ ਅਸੀਂ ਤਾਂ ਹੀ ਮਾਰਿਆ। ਤਾਂ ਸਾਹਿਬ ਕਹਿੰਦੇ ਜੇ ਤੁਸੀਂ ਸਾਡਾ ਹੁਕਮ ਮੰਨਿਆ ਤਾਂ ਇਉਂ ਕਰੋ ਵੀ ਇਹ ਜਿਹੜਾ ਲੇਪਣੀ ਸਿੰਘ ਹੈ ਨਾ, ਇਹ ਵਿਆਹੁਣ ਦੇ ਯੋਗ ਹੋ ਗਿਆ, ਇਹਨੂੰ ਕੋਈ ਆਪਣੀ ਹੁਣ ਧੀ ਦਾ ਰਿਸ਼ਤਾ ਦਿਓ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਚਨ ਕਿਹਾ ਤੇ ਸਾਰੇ ਹੀ ਪਛਾਣ ਹੋ ਗਏ ਹੁਕਮ ਮੰਨਣ ਵਾਲੇ। ਜਦੋਂ ਤਾਂ ਕਿਹਾ ਸੀ ਨਾ ਵੀ ਚਪੇੜ ਮਾਰੋ ਇਹਦੇ, ਉਦੋਂ ਤਾਂ ਸਾਰੇ ਹੀ ਅੱਗੇ ਹੋਏ ਵੀ ਅਸੀਂ ਬੜਾ ਹੁਕਮ ਮੰਨਦੇ ਹਾਂ, ਵੀ ਸਾਡੇ ਵਰਗਾ ਤਾਂ ਹੁਕਮ ਨਹੀਂ ਕੋਈ ਮੰਨਦਾ। ਤੇ ਜਦੋਂ ਮਹਾਰਾਜ ਕਹਿੰਦੇ ਵੀ ਹੁਣ ਇਹਨੂੰ ਆਪਣੀ ਧੀ ਦਾ ਰਿਸ਼ਤਾ ਦਿਓ, ਵੀ ਇਹਦੇ ਨਾਲ ਆਨੰਦ ਕਾਰਜ ਕਰੋ, ਫਿਰ ਸਾਰੇ ਹੀ ਪਛਾਣ ਹੋ ਗਏ। ਮਹਾਰਾਜ ਕਹਿੰਦੇ ਹੁਣ ਨਹੀਂ ਸਾਡਾ ਹੁਕਮ ਸੁਣਿਆ ਤੁਹਾਨੂੰ, ਨੀਵੀਆਂ ਪੈ ਗਈਆਂ। ਫਿਰ ਕੰਧਾਰ ਦਾ ਸਿੱਖ ਇੱਕ ਉਹ ਅੱਗੇ ਆਇਆ, ਉਹਨੇ ਆਖਿਆ ਮਹਾਰਾਜ ਮੇਰੀ ਬੱਚੀ ਵਿਆਹਣ ਯੋਗ ਹੈ, ਮੈਂ ਸੇਵਾ 'ਚ ਹਾਜ਼ਰ ਕਰਦਾ। ਤੇ ਦੂਜਾ ਜੰਮਿਆ ਹੀ ਨਹੀਂ ਵੀ ਜਿਹੜਾ ਔਖਾ ਹੈ। ਉਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਸਾਰੇ ਕਹਿ ਦਿੰਦੇ ਆ ਵੀ ਇਹ ਗੱਲ ਹੋ ਨਹੀਂ ਸਕਦੀ, ਐਸਾ ਹੁਕਮ ਨਹੀਂ ਸਿੱਖਾ ਤੂੰ ਮੰਨਣਾ ਵੀ ਜਦੋਂ ਕਿਸੇ ਦਾ ਨੁਕਸਾਨ ਹੋਵੇ ਉਦੋਂ ਹੁਕਮ, ਜਦੋਂ ਕਿਸੇ ਦਾ ਭਲਾ ਕਰਨਾ ਹੋਵੇ ਤੇ ਉਦੋਂ ਸਾਡੇ ਕੋਲ ਹੋ ਨਹੀਂ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਪੁਰਬ ਹੈ ਨਾ, ਤਾਂ ਆਪਾਂ ਸਤਿਗੁਰੂ ਸਾਹਿਬ ਦੇ ਆਗਮਨ ਦੀ ਕਥਾ ਇਹੀ ਹੈ ਜੋ ਸਤਿਗੁਰੂ ਦੇ ਜੀਵਨ 'ਚੋਂ ਸਾਖੀਆਂ ਨੂੰ ਛੋਟੇ ਛੋਟੇ ਰੂਪ ਵਿੱਚ ਕਰਕੇ ਸੁਣ ਕੇ ਤੇ ਆਪਣੀ ਪਰਖ ਕਰਨੀ ਹੈ। ਜਿਵੇਂ ਤੱਕੜੀ 'ਚ ਤੋਲੀ ਦਾ ਨਾ, ਇੱਕ ਪਾਸੇ ਵੱਟਾ ਹੁੰਦਾ, ਦੂਜੇ ਪਾਸੇ ਕੋਈ ਚੀਜ਼ ਤੋਲਣੀ ਹੋਵੇ, ਇੱਕ ਪਾਸੇ ਆਪਣੇ ਆਪ ਨੂੰ ਰੱਖਣਾ ਹੈ, ਦੂਜੇ ਪਾਸੇ ਗੁਰੂ ਦੀਆਂ ਸਾਖੀਆਂ ਵੱਟਾ ਰੂਪ ਰੱਖਣੀਆਂ ਨੇ। ਵੀ ਅਸੀਂ ਮਹਾਰਾਜ ਦੀਆਂ ਸਾਖੀਆਂ ਤੇ ਤੁਲਦੇ ਹਾਂ, ਕੱਲਾ ਕੰਨ ਰਾਸੀ ਨਹੀਂ ਹੈ। ਮਹਾਰਾਜ ਸਾਹਿਬ ਦੇ ਬਚਨ ਜੋ ਹੈ ਨਾ, ਜੀਵਨ ਹੈ। ਗੁਰੂ ਕਲਗੀਧਰ ਸਾਹਿਬ ਨੇ ਜੋ ਬਖਸ਼ਿਸ਼ਾਂ ਕੀਤੀਆਂ, ਸਾਡੇ ਦੇ ਉਹਨਾਂ ਦੇ ਵਿੱਚ ਕੋਈ ਗੁਣ ਹੈ ਉਹ ਵਸਿਆ ਕੋਈ। ਇਵੇਂ ਨਾਲ ਵਿਚਾਰਨਾ ਹੈ, ਇਹੀ ਗੁਰੂ ਦਾ ਆਗਮਨ ਪੁਰਬ ਹੋਏਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ ਜਿਹੜਾ ਹੁਕਮ ਨੂੰ ਪਛਾਣਦਾ ਹੈ, ਸੱਚੇ ਨੂੰ ਦੇ ਮਨ ਵਿੱਚ ਇੱਕੋ ਵਸਦਾ ਹੈ, ਉਹ ਜਿਹੜਾ ਮਾਨੋ ਵੀ ਪਰਮੇਸ਼ਰ ਨਾਲ ਮਿਲਿਆ, ਇਹ ਨਿਸ਼ਾਨੀ ਹੈ ਰੱਬ ਨਾਲ ਮਿਲਿਆਂ ਦੀ। ਸਹਿਜ ਸੰਤੋਖ ਸਦਾ ਤ੍ਰਿਪਤਾਸੀ। ਫਿਰ ਉਹ ਮਿਲੇ ਹੋਏ ਨੂੰ ਇੱਕ ਹੋਰ ਬਖਸ਼ਿਸ਼ ਮਿਲਦੀ ਹੈ ਵੀ ਉਹਦੇ ਅੰਦਰ ਸਹਿਜ ਹੁੰਦਾ ਹੈ, ਉਹ ਕਾਹਲਾ ਨਹੀਂ ਪੈਂਦਾ, ਸਹਿਜ ਵਿੱਚ ਰਹਿੰਦੇ ਨੇ, ਸਹਿਜ ਅੜੋਲ ਅਵਸਥਾ ਵਿੱਚ ਰਹਿੰਦੇ ਨੇ। ਫਿਰ ਸੰਤੋਖੀ ਨੇ, ਸੰਤੋਖ ਹੈ, ਕੋਈ ਲਾਲਚ ਨਹੀਂ, ਕੋਈ ਲੱਭ ਨਹੀਂ ਹੈ। ਸੰਤੋਖੀ ਜੀਵਨ ਸੁਖੀ ਜੀਵਨ ਹੈ। ਸਹਿਜ ਨਾਮ ਅਡੋਲਤਾ ਦਾ ਹੈ, ਡੋਲਣਾ ਨਹੀਂ ਜਿਹੋ ਜਿਹਾ ਮਰਜ਼ੀ ਸਮਾਂ ਆਵੇ। ਸਹਿਜ ਨਾਮ ਸ਼ਾਂਤੀ ਦਾ ਹੈ, ਵੀ ਸਦਾ ਸ਼ਾਂਤੀ 'ਚ ਰਹਿਣਾ, ਬਾਹਰੋਂ ਕੋਈ ਜਿੰਨਾ ਮਰਜ਼ੀ ਤਪੀ ਜਾਵੇ। ਤੇ ਸੰਤੋਖੀ ਰਹਿਣਾ, ਭੁੱਖ ਨਹੀਂ ਵਿਖਾਉਣੀ, ਤੇ ਸਦਾ ਤ੍ਰਿਪਤਾਸੇ, ਸਦਾ ਹੀ ਤ੍ਰਿਪਤ ਹੋਏ ਰਹਿੰਦੇ ਨੇ, ਰੱਜੇ ਹੀ ਰਹਿੰਦੇ ਨੇ। ਕਦੀ ਇਹ ਕਹਿੰਦੇ ਨਹੀਂ ਅਸੀਂ ਮਰ ਗਏ ਜੀ, ਭੁੱਖੇ ਜੀ। ਹਰ ਵੇਲੇ ਭਾਵੇਂ ਸਰੀਰ ਕਰਕੇ ਭੁੱਖੇ ਵੀ ਹੋਣ,
ਪਰ ਫੇਰ ਵੀ ਕਹਿੰਦੇ ਵੀ ਬੜੇ ਹੀ ਆਨੰਦ ਵਿੱਚ ਹਾਂ, ਤ੍ਰਿਪਤ ਹੋਏ ਰਹਿੰਦੇ ਹਨ। ਆਨੰਦ ਖਸਮ ਕੈ ਭਾਣੈ ਜੀਉ। ਜੋ ਆਨੰਦ ਸਰੂਪ ਪਰਮੇਸ਼ਰ ਹੈ ਉਸ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੁਕਮ ਵਿੱਚ ਚੱਲਦੇ ਹਨ ਜੀ, ਜਾਂ ਆਨੰਦ ਵਿੱਚ ਰਹਿੰਦੇ ਨੇ ਸਦਾ। ਖਸਮ ਮਾਲਕ ਦੇ ਭਾਣੇ ਨੂੰ, ਰਜਾ ਨੂੰ ਸਤ ਕਰਕੇ ਮੰਨਦੇ ਹਨ। ਉਹ ਗੁਰਮੁਖੇ ਰੱਬ ਨਾਲ ਮਿਲਿਆਂ ਦੀ ਨਿਸ਼ਾਨੀ ਹੈ। ਹੱਥੀਂ ਦਿੱਤੀ ਪ੍ਰਭ ਦੇਵਨ ਹਾਰ। ਮਹਾਰਾਜ ਕਹਿੰਦੇ ਜਿਵੇਂ ਕੋਈ ਰੁੜਦਾ ਜਾ ਰਿਹਾ ਹੋਵੇ ਤੇ ਉਹਨੂੰ ਕੋਈ ਆਪਣਾ ਹੱਥ ਦਵੇ, ਬਾਂਹ ਦਵੇ, ਸਹਾਰਾ ਦੇ ਕੇ ਬਾਹਰ ਕੱਢ ਲਵੇ, ਤੇ ਉਹ ਜਿਸ ਤਰ੍ਹਾਂ ਡੁੱਬਦੇ ਨੂੰ, ਰੁੜਦੇ ਨੂੰ ਬਚਾਇਆ ਜਾਂਦਾ, ਐਵੇਂ ਸੰਸਾਰ ਸਮੁੰਦਰ ਵਿਸ਼ੇ ਵਿਕਾਰਾਂ ਦੁੱਖਾਂ 'ਚ ਰੁੜ ਰਹੇ ਸਾਂ, ਮਾੜੇ ਕੰਮਾਂ 'ਚ ਡੁੱਬ ਰਹੇ ਸਾਂ। ਕਹਿੰਦੇ ਪ੍ਰਭੂ ਪਰਮੇਸ਼ਰ ਨੇ ਆਪ ਆਪਣੀ ਹੱਥੀ ਕੀ ਕਿਰਪਾ ਰੂਪੀ ਬਾਂਹ ਦੇ ਕੇ ਸਾਨੂੰ ਡੁੱਬਦਿਆਂ ਨੂੰ, ਰੁੜਦਿਆਂ ਨੂੰ ਬਚਾ ਰਿਹਾ ਹੈ। ਜਾਂ ਕਈ ਚੀਜ਼ਾਂ ਹੁੰਦੀਆਂ ਨਾ ਵੀ ਕਿਸੇ ਦੇ ਰਾਹੀਂ ਦੇਣੀਆਂ, ਵੀ ਜਾ ਤੂੰ ਦੇ ਆ। ਇੱਕ ਹੁੰਦਾ ਵੀ ਮੈਂ ਆਪਣੇ ਹੱਥੀਂ ਦੇ ਕੇ ਆਊਂਗਾ ਸਿੱਧਾ। ਕਹਿੰਦੇ ਵੀ ਮਹਾਰਾਜ ਸਾਹਿਬ ਨੇ ਭਗਤੀ ਰੂਪੀ ਦਾਤ ਗੁਰੂ ਰੂਪ ਹੋ ਕੇ ਆਪਣੇ ਹੱਥੀਂ ਸਿੱਖਾਂ ਨੂੰ ਦਿੱਤੀ ਹੈ। ਦੇਣਹਾਰ ਪਰਮੇਸ਼ਰ ਨੇ ਆਪਣੇ ਹੱਥੀਂ ਆਪ ਕਿਰਪਾ ਕਰਕੇ, ਆਪ ਬਖਸ਼ਿਸ਼ ਕਰਕੇ ਤੇ ਗੁਰਸਿੱਖ ਪਿਆਰਿਆਂ ਨੂੰ ਭਾਉ ਭਗਤੀ ਸਹਿਜ ਅਵਸਥਾ ਬਖਸ਼ੀ ਹੈ। ਜਨਮ ਮਰਨ ਰੋਗ ਸਭ ਨਿਵਾਰੀ। ਜਿਸ ਦਾ ਸਦਕਾ ਜੰਮਣ ਮਰਨ ਦਾ ਤੇ ਹਉਮੈ ਆਦਿਕ ਦਾ ਜਿਹੜਾ ਰੋਗ ਸੀ, ਇਹ ਸਭ ਨਿਵਾਰੇ, ਨਿਵਰਤ ਕਰ ਦਿੱਤੇ ਨੇ। ਹਉਮੈ, ਹੰਕਾਰ, ਈਰਖਾ, ਜੰਮਣ ਮਰਨ ਇਹ ਰੋਗ ਹੀ ਹੈ। ਰੋਗ ਜਿੱਤੋਂ ਦੁੱਖ ਲੱਗੇ, ਰੋਗ ਜਿਸ ਕਰਕੇ ਦੁਖੀ ਹੁੰਦੇ ਰਹੀਏ ਸਦਾ। ਮਹਾਰਾਜ ਨੇ ਜੰਮਣ ਮਰਨ ਦਾ, ਹਉਮੈ ਦਾ, ਈਰਖਾ ਦਾ, ਹਰ ਤਰ੍ਹਾਂ ਦਾ ਰੋਗ ਦਾਤ ਭਗਤੀ ਦੀ ਦੇ ਕੇ ਨਿਵਰਤ ਕਰ ਦਿੱਤਾ। ਸਭ ਰੋਗ ਕੱਟੇ ਗਏ ਹਨ ਸਾਡੇ। ਨਾਨਕ ਦਾਸ ਕੀਏ ਪ੍ਰਭ ਆਪਣੇ। ਪੰਚਮ ਪਾਤਸ਼ਾਹ ਕਹਿੰਦੇ ਵੀ ਸਾਨੂੰ ਜਾਂ ਆਪਣੇ ਦਾਸਾਂ ਨੂੰ ਪਰਮੇਸ਼ਰ ਨੇ ਆਪਣਾ ਹੀ ਬਣਾ ਲਿਆ, ਆਪਣੇ ਨਾਲ ਮੇਲ ਲਿਆ ਹੈ। ਹਰ ਕੀਰਤਨ ਰੰਗ ਮਾਣੇ ਜੀਉ। ਹੁਣ ਸਦਾ ਹੀ ਅਸੀਂ ਹਰੀ ਵਾਹਿਗੁਰੂ ਦੇ ਕੀਰਤਨ ਦਾ ਰੰਗ ਆਨੰਦ ਮਾਣਦੇ ਹਾਂ ਜੀ। ਜਿਹੜੇ ਗੁਰਮੁਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਨਾਮ ਦੀ ਦਾਤ ਬਖਸ਼ ਦਿੱਤੀ, ਉਹ ਸਦਾ ਹੀ ਹਰੀ ਵਾਹਿਗੁਰੂ ਦੀ ਮਹਿਮਾ ਕਰਦੇ ਨੇ, ਪਰਮੇਸ਼ਰ ਦੀ ਵਡਿਆਈ ਦਾ ਆਨੰਦ ਮਾਣਦੇ ਹਨ। ਇਹ ਗੁਰੂ ਸਾਹਿਬ ਨੇ ਸਾਨੂੰ ਲੜੀਵਾਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਆਪਾਂ ਸੰਖੇਪ ਵਿਚਾਰ ਸਾਂਝੀ ਕੀਤੀ ਹੈ। ਮੁੱਖ ਰੂਪ ਵਿੱਚ ਅੱਜ ਦਾ ਦਿਹਾੜਾ ਸਾਧ ਸੰਗਤ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਉਹ ਮਰਦ ਸਰੂਪ, ਮਰਦ ਤੋਂ ਭਾਵ ਹੁਣ ਇੱਥੇ ਇਹ ਜਿਵੇਂ ਅੱਜ ਦੀ ਬੋਲੀ ਕਹਿ ਲਓ ਵੀ ਮੇਲ ਫੀਮੇਲ, ਉਸ ਦਾ ਸੰਬੰਧਿਤ ਮਰਦ ਸ਼ਬਦ ਨਹੀਂ। ਮਰਦ ਸ਼ਬਦ ਸੰਬੰਧਿਤ ਹੈ ਇੱਥੇ ਜੁਰਤ ਦੇ ਨਾਲ। ਮਰਦ ਸਰੀਰ ਕਰਕੇ ਭਾਵੇਂ ਜੇ ਕੋਈ ਔਰਤ ਹੈ ਮਾਈ ਭਾਗ ਕੌਰ ਵਾਂਗ, ਪਰ ਉਹ ਵੀ ਮਰਦ ਸੀ। ਮਰਦ ਦਾ ਭਾਵ ਹੁੰਦਾ ਵੀ ਹੱਕ ਸੱਚ ਦੇ ਵਾਸਤੇ ਅੜ ਜਾਣਾ। ਵੀ ਕਿਤੇ ਮਰਦ ਸ਼ਬਦ ਜਦੋਂ ਆਪਾਂ ਇਹ ਸੁਣਦੇ ਹਾਂ ਵੀ ਇਹ ਸਮਝ ਨਾ ਲੈਣਾ ਵੀ ਇਹ ਮਰਦ ਤੇ ਜਨਾਨੀ ਵਾਲਾ ਅਰਥ ਹੈ। ਇੱਥੇ ਮਰਦ ਤੋਂ ਭਾਵ ਹੈ ਬਹਾਦਰ ਦਾ, ਇੱਥੇ ਮਰਦ ਤੋਂ ਭਾਵ ਹੈ ਦਲੇਰੀ ਦਾ। ਉਹ ਔਰਤ ਦਾ ਸਰੀਰ ਵੀ ਮਰਦਾਂ ਵਾਲਾ ਹੋ ਸਕਦਾ ਹੈ, ਉਹ ਮਨੁੱਖ ਦਾ, ਇਸ ਬੰਦੇ ਦਾ ਸਰੀਰ ਵੀ ਮਰਦ ਹੋ ਸਕਦਾ ਹੈ। ਉਹ ਬਚਨ ਨੂੰ ਮੁੱਖ ਰੱਖ ਕੇ ਇਹ ਗੁਰੂ ਸਾਹਿਬ ਬਾਬਤ ਕਿਹਾ ਹੈ, ਵਹਿ ਪ੍ਰਗਟਿਓ ਮਰਦ ਅਗੰਮੜਾ। ਕਹਿੰਦੇ ਜੰਮੇ ਤਾਂ ਬਹੁਤ ਸਨ ਪਹਿਲਾਂ ਵੀ, ਪਰ ਉਹ ਅਗੰਮੜਾ ਮਰਦ ਪੈਦਾ ਹੋਇਆ। ਉਹ ਅਕਾਲ ਪੁਰਖ ਦਾ ਸਰੂਪ ਜੁਰਤ ਰੱਖਣ ਵਾਲਾ ਬਾਦਸ਼ਾਹ ਦਰਵੇਸ਼ ਸੰਸਾਰ ਦੇ ਵਿੱਚ ਪ੍ਰਗਟ ਹੋਇਆ। ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ। ਮਹਾਰਾਜ ਜੀ ਜੋ ਸੂਰਮੇ ਦੀ ਨਿਆਈ ਪ੍ਰਗਟ ਹੋਏ ਨੇ ਭਗਵੰਤ ਦਾ ਰੂਪ ਲੈ ਕੇ। ਸਾਧ ਸੰਗਤ ਗੁਰੂ ਦੇ ਗੁਣ ਕਹੀਏ ਤਾਂ ਸੂਰਮੇ ਗੁਰਬਾਣੀ ਦੇ ਅੰਦਰ 3 ਪ੍ਰਕਾਰ ਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਹੇ ਨੇ। ਇੱਕ ਤਾਂ ਸੂਰਮਾ ਕਿਹਾ ਹੈ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ। ਇੱਕ ਤਾਂ ਉਹ ਸੂਰਮੇ ਨੇ। ਦੂਸਰਾ ਸੂਰਮਾ ਗੁਰਬਾਣੀ ਵਿੱਚ ਕਿਹਾ ਹੈ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਦੂਸਰੇ ਤਰ੍ਹਾਂ ਦੇ ਉਹ ਸੂਰਮੇ ਨੇ। ਤੇ ਤੀਸਰਾ ਸੂਰਮਾ ਉਹ ਹੈ ਜੋ ਮਹਾਰਾਜ ਸਾਹਿਬ ਜੀ ਕਹਿੰਦੇ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ।
ਜੋ ਦੀਨਾਂ ਵਾਸਤੇ ਲੜੇ ਉਹ ਸੂਰਮਾ ਹੈ। ਤਿੰਨ ਤਰ੍ਹਾਂ ਦੇ ਸੂਰਮੇ ਨੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਵੱਲ ਵੇਖੀਏ, ਸਤਿਗੁਰੂ ਸਾਹਿਬ ਜੀ ਤਿੰਨਾਂ ਤਰ੍ਹਾਂ ਦੇ ਹੀ ਸੂਰਮੇ ਸਨ। ਜੇ ਆਖੀਏ ਵੀ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ, ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਐਸਾ ਹਰੀ ਦਾ ਰੰਗ ਲੱਗਾ ਵੀ ਸਰਸਾ ਦੀ ਨਦੀ ਦੇ, ਸਰਸਾ ਦੇ ਕੰਢੇ ਤੇ ਵੈਰੀ ਦੇ ਚੱਲਦੀਆਂ ਹੋਈਆਂ ਗੋਲੀਆਂ ਵਰਦੇ ਤੀਰਾਂ ਦੇ ਮੀਂਹ ਦੇ ਵਿੱਚ ਵੀ ਕਹਿੰਦੇ ਮੈਨੂੰ ਆਸਾ ਦੀ ਵਾਰ ਦਾ ਕੀਰਤਨ ਸੁਣਾਓ। ਰੰਗ ਲੱਗਾ ਹੈ ਨਾ ਅੰਦਰੋਂ। ਉੱਥੇ ਵੀ ਮਹਾਰਾਜ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਨੇ। ਜੇ ਚਮਕੌਰ ਦੀ ਗੜੀ ਦੇ ਵਿੱਚ ਬੈਠੇ ਨੇ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਹਨ, 3 ਪਿਆਰੇ ਸ਼ਹੀਦ ਹੋ ਗਏ ਨੇ, 35 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਨੇ। ਤੇ ਮਹਾਰਾਜ ਸ਼ਾਮਾਂ ਪਈਆਂ, ਜੰਗ ਰੁਕਿਆ, ਕੁਝ ਸਿੰਘ ਬਾਕੀ ਨੇ। ਚਮਕੌਰ ਦੀ ਗੜੀ ਦੇ ਵਿੱਚ ਬੈਠੇ ਹੋਏ ਆਪ ਰਹਿਰਾਸ ਸਾਹਿਬ ਪਾਠ ਕਰ ਰਹੇ ਨੇ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਸਾਹਿਬ ਜੀ ਨੂੰ ਰੰਗ ਲੱਗਾ ਹੋਇਆ ਹੈ। ਐਸੇ ਸੂਰਬੀਰ ਯੋਧੇ ਨੇ ਵੀ ਜਿਨ੍ਹਾਂ ਨੂੰ ਪਰਮੇਸ਼ਰ ਦਾ ਰੰਗ ਲੱਗਾ ਏ। ਤੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਬੰਦੇ ਦੀ ਮੱਤ ਜਵਾਬ ਦੇ ਜਾਂਦੀ ਹੈ, ਉਦੋਂ ਵੀ ਬੰਦਗੀ ਦੇ ਰੰਗ ਵਿੱਚ ਰੰਗੇ ਰਹੇ। ਇਹ ਪਹਿਲੀ ਤਰ੍ਹਾਂ ਦੇ ਸੂਰਮੇ। ਦੂਸਰੇ, ਜਿਨ੍ਹਾਂ ਨੇ 5 ਕਾਮ ਕ੍ਰੋਧ ਵਿਕਾਰਾਂ ਨੂੰ ਜਿੱਤਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਐਸੇ ਸੂਰਮੇ ਨੇ ਜਿਨ੍ਹਾਂ ਨੇ 5 ਵਿਕਾਰਾਂ ਨੂੰ ਵੀ ਜਿੱਤਿਆ ਹੋਇਆ ਹੈ। ਤੇ ਤੀਸਰਾ, ਜਿਹੜੇ ਦੀਨਾਂ ਵਾਸਤੇ ਲੜਦੇ ਨੇ, ਉਹ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਰੀਬਾਂ ਦੀਨਾਂ ਨਿਮਾਣਿਆਂ ਲਈ ਲੜੇ। ਜਿਸ ਦਿਨ ਪਹਾੜੀ ਰਾਜਿਆਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਅਸੀਂ ਵੀ ਛਕ ਲਵਾਂਗੇ, ਪਰ ਸਾਡੀ ਇੱਕ ਸ਼ਰਤ ਹੈ। ਕੀ ਸ਼ਰਤ ਹੈ? ਸੁਨੇਹਾ ਭੇਜਿਆ ਸੀ, ਕਹਿੰਦੇ ਇਉਂ ਕਰੋ ਵੀ ਤੁਸੀਂ ਇਹ ਸਭ ਤਰ੍ਹਾਂ ਦੀਆਂ ਜਾਤੀਆਂ ਦੇ ਲੋਕ ਜਿਹੜੇ ਸਾਡੇ ਪੈਰਾਂ ਨੂੰ ਝਾੜਦੇ ਨੇ, ਸਾਡੇ ਪੈਰਾਂ ਦੀ ਜੁੱਤੀ ਦੇ ਸਮਾਨ ਹਨ, ਉਹਨਾਂ ਲੋਕਾਂ ਨੂੰ ਵੀ ਤੁਸੀਂ ਇਕੱਠਿਆਂ ਹੀ ਕਰਕੇ ਤੇ ਬਾਟੇ ਦਾ ਅੰਮ੍ਰਿਤ ਛਕਾਇਆ। ਸਾਨੂੰ ਪਹਾੜੀ ਰਾਜਿਆਂ ਨੂੰ ਵੱਖਰੇ ਬਾਟੇ ਦੇ ਅੰਮ੍ਰਿਤ ਤਿਆਰ ਕਰ ਦਿਓ ਨਾ, ਤਾਂ ਮਹਾਰਾਜ ਅੰਮ੍ਰਿਤ ਅਸੀਂ ਵੀ ਛਕਣ ਨੂੰ ਤਿਆਰ ਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ, ਜਿਨ੍ਹਾਂ ਨੂੰ ਤੁਸੀਂ ਆਪਣੀ ਪੈਰਾਂ ਦੀ ਜੁੱਤੀ ਸਮਝਦੇ ਹੋ, ਇਨ ਗਰੀਬ ਸਿੱਖਨ ਕੋ ਦੇਹੋ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ, ਇਨਹੀ ਕੋ ਸਰਦਾਰ ਬਣਾਉ, ਤਬ ਹੈ ਗੋਬਿੰਦ ਸਿੰਘ ਨਾਮ ਕਹਾਉ। ਇਹਨਾਂ ਨੂੰ ਮੈਂ ਸਰਦਾਰ ਬਣਾਵਾਂਗਾ। ਇਹ ਸਰਦਾਰ ਸ਼ਬਦ ਜਿਹੜਾ ਹੈ ਨਾ, ਇਹ ਸਾਧ ਸੰਗਤ ਮੁਖੀ ਵਾਸਤੇ ਵਰਤਿਆ ਜਾਂਦਾ ਹੈ। ਇਹ ਸਰਦਾਰ ਸ਼ਬਦ ਕਦੇ ਐਵੇਂ ਨਿੱਕਾ ਨਾ ਸਮਝ ਲੈਣਾ। ਮਹਾਰਾਜ ਕਹਿੰਦੇ ਕੱਲੇ ਕੱਲੇ ਨੂੰ ਸਰਦਾਰ ਬਣਾਉ। ਤੁਸੀਂ ਤਾਂ ਕਈ ਲੱਖਾਂ ਦੇ ਇੱਕ ਸਰਦਾਰ ਕਹਾਉਂਦੇ ਹੋਗੇ, ਮੇਰਾ ਕੱਲਾ ਕੱਲਾ ਸਿੱਖ ਸਰਦਾਰ ਹੋਵੇਗਾ। ਮਹਾਰਾਜ ਦੀਨਾਂ ਵਾਸਤੇ ਲੜੇ ਨੇ, ਮਜਲੂਮਾਂ ਗਰੀਬਾਂ ਨਿਮਾਣਿਆਂ ਨਿਤਾਣਿਆਂ ਵਾਸਤੇ ਲੜੇ ਨੇ। ਸਤਿਗੁਰੂ ਸੂਰਮੇ ਨੇ। ਤੇ ਜੇ ਕਾਮ ਨੂੰ ਜਿੱਤਣ ਦੀ, ਹੋਰ ਕ੍ਰੋਧ ਨੂੰ ਜਿੱਤਣ ਦੀ, ਲੋਭ ਨੂੰ ਜਿੱਤਣ ਦੀ ਵਿਆਖਿਆ ਕਰੀਏ ਤੇ ਕਾਮ ਨੂੰ ਜਿੱਤਿਆ ਹੋਇਆ ਹੈ। ਰਵਾਲ ਸਰ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਨੇ, ਉੱਥੇ ਪਹਾੜੀ ਰਾਜੇ ਵੀ ਆਏ ਤੇ ਰਾਜੇ ਹਰੀਪੁਰ ਦੀ ਰਾਣੀ ਆਈ, ਬਕਾਰ ਲੈ ਕੇ ਆਈ ਮਨ ਦੇ ਵਿੱਚ, ਗੁਰਾਂ ਨੂੰ ਨਮਸਕਾਰ ਕੀਤੀ ਤੇ ਗਰੀਬ ਨਵਾਜ਼ ਸਤਿਗੁਰੂ ਸਾਹਿਬ ਕਹਿੰਦੇ ਭਲਾ ਹੋਵੇ ਤੇ ਕਹਿਣ ਲੱਗੀ, ਸਤਿਗੁਰੂ ਜੀ ਆਪਣਾ ਹੱਥ ਮੇਰੇ ਪਿੱਠ ਤੇ ਰੱਖ ਕੇ ਮੈਨੂੰ ਥਾਪੜਾ ਨਹੀਂ ਦਓਗੇ, ਅਸੀਸ ਨਹੀਂ ਦਓਗੇ। ਤਾਂ ਇਹਦੀ ਮੰਦ ਭਾਵਨਾ ਜਾਣ ਕੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਐ ਰਾਣੀ ਸੁਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ, ਪ੍ਰਾਣ ਜਬ ਲਕੜ ਥਾਰੇ, ਨਿਜ ਨਾਰੀ ਸਿਓ ਨੇਹੋ, ਤੁਮ ਨਿਤ ਬੜਾਈਓ, ਪਰ ਨਾਰੀ ਕੀ ਸੇਜ ਭੂਲ, ਸੁਪਨੇ ਹੋ ਨਾ ਜਾਈਓ। ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਮੈਨੂੰ ਥੋੜੀ ਜੀ ਸੋਝੀ ਆਈ ਤਾਂ ਇਹ ਸਿੱਖਿਆ ਦਿੱਤੀ ਹੈ ਵੀ ਪੁੱਤਰ ਧਰਮ ਵਿੱਚ ਕਾਇਮ ਰਹਿਣਾ ਹੈ। ਸੰਗਤਾਂ ਬਹੁਤ ਆਉਂਦੀਆਂ ਨੇ, ਕਹਿੰਦੇ ਵੀ ਸਾਰਿਆਂ ਨੂੰ ਬਰਾਬਰ ਦੀਆਂ ਨੂੰ, ਇਸਤਰੀ ਤੋਂ ਛੁੱਟ ਭੈਣਾ ਜਾਣਨਾ, ਛੋਟੀਆਂ ਨੂੰ ਆਪਣੀਆਂ ਧੀਆਂ ਜਾਣਨਾ ਤੇ ਆਪ ਤੋਂ ਵੱਡੀਆਂ ਨੂੰ ਮਾਂ ਦੇ ਸਮਾਨ ਸਤਿਕਾਰ ਦੇਣਾ ਹੈ। ਕਾਮ ਨੂੰ ਜਿੱਤਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇੱਕ ਵਾਰ ਜੰਗ ਦੇ ਵਿੱਚ ਸਿੰਘ ਜਦੋਂ ਜਿੱਤੇ ਤਾਂ ਉਸ ਕੋਈ ਜਿਹੜਾ ਜਰਨੈਲ ਆਇਆ ਰਾਜਾ, ਉਹਨਾਂ ਦੇ ਡੋਲੇ ਹੱਥ ਵਿੱਚ ਆ ਗਏ, ਸਿੰਘ ਲੈ ਕੇ ਆ ਗਏ। ਸਤਿਗੁਰੂ ਸਾਹਿਬ ਨੇ ਬੜੀ ਸਖਤ ਤਾੜਨਾ ਕੀਤੀ ਵੀ ਤੁਸੀਂ ਸਿੱਖ ਕਿਹੜੇ ਗੁਰੂ ਦੇ ਹੋ ਤੇ ਇਹ ਕੀ ਕਰਮ ਕੀਤਾ ਹੈ। ਇਹਨਾਂ ਬੀਬੀਆਂ ਨੂੰ ਸਤਿਕਾਰ ਦੇ ਨਾਲ ਇਹਨਾਂ ਦੇ ਘਰੇ ਪਹੁੰਚਾ ਕੇ ਆਇਆ ਜਾਵੇ। ਕਾਮ ਨੂੰ ਜਿੱਤਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ
ਐਸੇ ਸੂਰਮੇ ਨੇ ਉਹਨੂੰ ਮਰਦ ਕਿਹਾ ਹੈ। ਫਿਰ ਮਹਾਰਾਜ ਨੇ ਕ੍ਰੋਧ ਨੂੰ ਜਿੱਤਿਆ ਹੈ। ਕ੍ਰੋਧ ਨੂੰ ਜਿੱਤਿਆ ਹੈ। ਆਨੰਦਪੁਰ ਜੰਗ ਹੋ ਰਿਹਾ ਏ ਤੇ ਪੈਂਡੇ ਖਾਨ 3 ਵਾਰ ਮਹਾਰਾਜ ਤੇ ਨੇ ਵਾਰ ਕੀਤੇ। ਗੁਰੂ ਗੋਬਿੰਦ ਸਿੰਘ ਤੇ ਸਤਿਗੁਰਾਂ ਨੇ ਇਹਦੇ ਵਾਰ ਖਾਲੀ ਜਾਣ ਦਿੱਤੇ। ਤੇ ਜਦੋਂ ਸਤਿਗੁਰਾਂ ਨੇ ਵਾਰ ਕੀਤਾ, ਇਹਦੇ ਤੀਰ ਵੱਜਾ, ਡਿੱਗਾ ਘੋੜੇ ਤੋਂ ਤੇ ਕਹਿਣ ਲੱਗਾ, ਹਾਏ ਅੰਮਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਤਰੇ, ਨੇੜੇ ਗਏ ਤੇ ਪਾਤਸ਼ਾਹ ਕਹਿਣ ਲੱਗੇ, ਉਹ ਪੈਂਡੇ ਖਾਨਾ, ਇਹ ਅੰਮਾ ਕਹਿਣ ਦਾ ਕੌਣ ਸਾ ਵੇਲਾ ਹੈ, ਹੁਣ ਖੁਦਾ ਕਹਿ। ਧਿਆਨ ਰਵੇ, ਇੱਕ ਪੈਂਡੇ ਖਾਨ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਮਾਰਿਆ ਗਿਆ ਸੀ। ਇਹ ਵੀ ਪੈਂਡੇ ਖਾਨ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਆਨੰਦਪੁਰ ਮਾਰਿਆ ਗਿਆ। ਸਾਹਿਬ ਜੀ ਕਹਿੰਦੇ ਵੀ ਇਹ ਅੰਮਾ ਕਹਿਣ ਦਾ ਕੌਣ ਸਾ ਵੇਲਾ ਹੈ, ਅੱਲਾ ਕਹੋ। ਕ੍ਰੋਧ ਤਾਂ ਹੈ ਹੀ ਨਹੀਂ, ਉਹਨੇ ਵਾਰ ਕੀਤਾ ਏ, ਉਹਨੂੰ ਵਾਰ ਦਾ ਜਵਾਬ ਦਿੱਤਾ ਏ। ਜੇ ਕ੍ਰੋਧ ਹੁੰਦਾ ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਦੇ ਭਲੇ ਦੀ ਗੱਲ ਹੀ ਨਾ ਕਰਦੇ। ਕ੍ਰੋਧ ਨੂੰ ਜਿੱਤਿਆ ਹੋਇਆ ਹੈ। ਜੰਗ ਵਿੱਚ ਹਨ, ਉਸੇ ਕਾਹਦੇ ਵਾਸਤੇ ਨੇ। ਹੁਣ ਜੰਗ ਵਿੱਚ ਵੀ ਕਿਉਂ ਜਾਂਦੇ ਨੇ ਪਾਤਸ਼ਾਹ? ਕਿਉਂਕਿ ਜਿਹੜੇ ਜ਼ਖਮ ਸਨ, ਜਿਹੜੇ ਜ਼ਖਮ ਸੀ, ਹੁਣ ਇਹ ਬਹੁਤ ਵੱਡੀ ਪੀੜਾ ਬਣ ਗਏ ਨੇ। ਜਿਵੇਂ ਸਰੀਰ ਤੇ ਕੋਈ ਜ਼ਖਮ ਹੋਵੇ ਤੇ ਪਹਿਲਾਂ ਤਾਂ ਉਹਦੀ ਆਪਾਂ ਮਲਮ ਪੱਟੀ ਕਰਦੇ ਹਾਂ। ਮਲਮ ਪੱਟੀ ਨਾਲ ਠੀਕ ਨਾ ਹੋਵੇ, ਫਿਰ ਡਾਕਟਰ ਨੂੰ ਚੀਰਾ ਦੇਣਾ ਪੈਂਦਾ ਹੈ। ਕਹਿੰਦਾ ਵੀ ਇਹ ਫੋੜਾ ਭਰ ਗਿਆ, ਇਹਨੂੰ ਚੀਰਾ ਦੇਣਾ ਪਵੇਗਾ। ਐਵੇਂ ਹੀ ਪਹਿਲਾਂ ਸ਼ਾਂਤ ਰੂਪ ਦੇ ਵਿੱਚ ਜੋ ਸ਼ਹਾਦਤਾਂ ਹੋਈਆਂ, ਇਹ ਮਾਨੋ ਵੀ ਜ਼ੁਲਮ ਰੂਪੀ ਵਧੇ ਹੋਏ ਜ਼ਖਮ ਦੇ ਉੱਤੇ ਪੱਟੀਆਂ ਪਲਸਤਰ ਕੀਤਾ ਸੀ, ਪਰ ਜ਼ਖਮ ਉਹਦੇ ਨਾਲ ਵੀ ਰਾਜੀ ਨਹੀਂ ਹੋਇਆ, ਜ਼ਾਲਮ ਉਹਦੇ ਨਾਲ ਵੀ ਸਿੱਧਾ ਨਹੀਂ ਹੋਇਆ। ਫਿਰ ਡਾਕਟਰ ਰੂਪ ਹੋ ਕੇ ਮਹਾਰਾਜ ਨੇ ਉਸ ਜ਼ਖਮ ਨੂੰ ਚੀਰਾ ਦਿੱਤਾ। ਇਹਨੂੰ ਹੀ ਜੰਗ ਕਹਿ ਸਕਦੇ ਹਾਂ ਵੀ ਜੰਗ ਗੁਰੂ ਕਲਗੀਧਰ ਸਾਹਿਬ ਨੇ ਕਿਉਂ ਕੀਤੇ? ਉਹ ਵਧੇ ਹੋਏ ਜ਼ਖਮ ਨੂੰ ਮਹਾਰਾਜ ਸਾਹਿਬ ਜੀ ਨੇ ਚੀਰਾ ਦਿੱਤਾ ਹੈ। ਕ੍ਰੋਧ ਨੂੰ ਜਿੱਤਿਆ ਏ। ਜੰਗ ਦੇ ਵਿੱਚ 3 ਵਾਰ ਕਰਨ ਵਾਲਾ 1 ਵਾਰ ਨਾ ਡਿੱਗਦਾ ਏ। ਹਾਏ ਅੰਮਾ ਕਹਿੰਦਾ ਏ। ਮਹਾਰਾਜ ਸਾਹਿਬ ਜੀ ਕਹਿੰਦੇ, ਅੱਲਾ ਕਹੋ ਅੱਲਾ। ਹੁਣ ਤੂੰ ਨਵਾਜ਼ ਪੜ, ਤੂੰ ਆਪਣੇ ਰੱਬ ਨੂੰ, ਖੁਦਾ ਨੂੰ ਯਾਦ ਕਰ। ਕ੍ਰੋਧ ਜਿੱਤਿਆ ਹੈ, ਮੋਹ ਮਹਾਰਾਜ ਨੇ ਜਿੱਤਿਆ ਹੋਇਆ ਹੈ। 2 ਹੀ ਤਰ੍ਹਾਂ ਦਾ ਪਿਆਰ ਹੈ। ਜਿਹੜੇ ਬੱਚੇ ਨੇ, ਬੱਚਾ ਹੋਵੇ ਤਾਂ ਇਹਨੂੰ ਆਪਣੇ ਬਾਪ ਦੇ ਨਾਲ ਪਿਆਰ ਹੁੰਦਾ ਹੈ। ਬਾਪ ਚੰਗਾ ਲੱਗਦਾ ਹੈ, ਜਦੋਂ ਬਾਪ ਬਣੇ ਉਦੋਂ ਬੱਚੇ ਚੰਗੇ ਲੱਗਦੇ ਨੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੋਹ ਜਿੱਤਿਆ ਏ। ਜਦੋਂ ਬਾਲਕ ਉਮਰ ਹੈ ਤੇ ਪਤਾ ਏ ਵੀ ਹੁਣ ਮੇਰੇ ਪਿਤਾ ਨੇ ਸ਼ਹਾਦਤ ਦੇਣੀ ਹੈ, ਹੱਸ ਕੇ ਕਹਿੰਦੇ, ਮਹਾਰਾਜ ਜੇ ਮੈਂ ਇੱਕ ਯਤੀਮ ਹੋਣ ਦੇ ਨਾਲ ਹਿੰਦੁਸਤਾਨ ਦੇ ਲੱਖਾਂ ਬੱਚੇ ਯਤੀਮ ਹੋਣੋਂ ਬਚ ਜਾਣ ਤਾਂ ਮੈਨੂੰ ਯਤੀਮ ਹੋਣਾ ਵੀ ਕਬੂਲ ਹੈ। ਮੋਹ ਨੂੰ ਜਿੱਤਿਆ ਹੈ। ਜਦੋਂ ਬੱਚੇ ਸਨ ਉਦੋਂ ਬਾਪ ਦਾ ਮੋਹ ਨਹੀਂ ਕੀਤਾ, ਜਦੋਂ ਬਾਪ ਬਣੇ ਤਾਂ ਉਦੋਂ ਬੱਚਿਆਂ ਦਾ ਮੋਹ ਨਹੀਂ ਕੀਤਾ। ਸਿੰਘਾਂ ਨੇ ਕਿਹਾ ਵੀ ਮਹਾਰਾਜ ਸਾਹਿਬਜ਼ਾਦਿਆਂ ਨੂੰ ਲੈ ਕੇ ਨਿਕਲ ਜਾਓ, ਜੰਗ ਵਿੱਚ ਨਾ ਭੇਜੋ। ਪਰ ਸਤਿਗੁਰੂ ਸਾਹਿਬ ਕਹਿੰਦੇ, ਕਿਵੇਂ ਹੋ ਸਕਦਾ ਹੈ? ਤੁਸੀਂ ਮੇਰੇ ਬੱਚੇ ਨਹੀਂ। ਦਇਆ ਸਿੰਘ ਹੱਥ ਰੱਖ ਆਪਣੇ ਦਿਲ ਤੇ ਕਹਿ ਵੀ ਮਹਾਰਾਜ ਮੈਂ ਤੇਰਾ ਪੁੱਤਰ ਨਹੀਂ ਹੈ। ਪਾਤਸ਼ਾਹ ਕਹਿੰਦੇ, ਤੁਸੀਂ ਸਾਰੇ ਖਾਲਸੇ ਮੇਰੇ ਪੁੱਤਰ ਹੀ ਹੋ। ਜਿਹਾ ਮੈਨੂੰ ਅਜੀਤ ਸਿੰਘ, ਉਹੋ ਜਿਹਾ ਮੈਨੂੰ ਦਇਆ ਸਿੰਘ ਹੈ। ਮਹਾਰਾਜ ਸਾਹਿਬ ਦੇ ਸਾਹਿਬਜ਼ਾਦੇ ਉੱਥੇ ਸ਼ਹੀਦ ਹੋ ਗਏ। ਸਤਿਗੁਰਾਂ ਜਕਾਰੇ ਛੱਡੇ, ਮੋਹ ਨੂੰ ਜਿੱਤਿਆ ਹੋਇਆ ਹੈ। ਫਿਰ ਲੋਭ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਨਹੀਂ ਹੈ। ਬਚਪਨ ਦੀ ਸਾਖੀ ਹੋਰ ਵੀ ਬੜੀਆਂ ਨੇ, ਪਰ ਇੱਕ ਸਾਖੀ ਕੇਵਲ ਉਦਾਹਰਣ ਮਾਤਰ। ਮਹਾਰਾਜ ਸਾਹਿਬ ਦੇ ਬੜੇ ਸੋਹਣੇ ਕੀਮਤੀ ਕੰਗਣ ਪਾਏ ਨੇ, ਗੰਗਾ ਦੇ ਕਿਨਾਰੇ ਖੇਡ ਰਹੇ ਨੇ ਪਟਨੇ ਸ਼ਹਿਰ ਵਿੱਚ। ਮਹਾਰਾਜ ਸਾਹਿਬ ਖੇਡਦਿਆਂ ਇੱਕ ਕੰਗਣ ਸਤਿਗੁਰਾਂ ਨੇ ਲਾਇਆ ਤੇ ਲਾ ਕੇ ਗੰਗਾ ਦੇ ਦੂਰ ਜਿੱਥੋਂ ਤਾਈਂ ਗਿਆ ਮਹਾਰਾਜ ਨੇ ਉੱਥੇ ਸਿੱਟ ਦਿੱਤਾ। ਘਰੇ ਆਏ ਤੇ ਮਾਂ ਕਹਿਣ ਲੱਗੀ, ਬੇਟਾ ਕੰਗਣ ਕਿੱਥੇ ਗਿਆ? ਤਾਂ ਸਤਿਗੁਰੂ ਕਹਿੰਦੇ, ਮਾਂ ਆ ਮੇਰੇ ਨਾਲ, ਮੈਂ ਦੱਸਦਾ ਹਾਂ। ਤੇ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਗੰਗਾ ਦੇ ਘਾਟ ਤੇ ਗਏ ਤੇ ਦੂਸਰਾ ਕੰਗਣ ਲਾ ਕੇ ਵਗਾ ਕੇ ਗੰਗਾ ਨਦੀ ਵਿੱਚ ਸੁੱਟਿਆ। ਕਹਿੰਦੇ, ਮਾਂ ਜਿੱਥੇ ਆ ਡਿੱਗਾ ਪਹਿਲਾਂ ਵੀ ਇੱਥੇ ਡਿੱਗਾ ਸੀ। ਲੋਭ ਕੋਈ ਨਹੀਂ ਹੈ। ਜਦੋਂ ਬੱਚਾ ਛੋਟਾ ਹੁੰਦਾ ਉਦੋਂ ਮੁੱਠ ਮੀਟਦਾ ਜੋ ਉਹਦੀ ਮੁੱਠ ਵਿੱਚ ਆਵੇ। ਪਰ ਮਹਾਰਾਜ ਨੇ ਕੰਗਣਾ ਦਾ ਲੋਭ ਨਹੀਂ ਕੀਤਾ, ਸੋਨੇ ਦਾ ਲੋਭ ਨਹੀਂ ਕੀਤਾ। ਆਨੰਦਪੁਰ ਸਾਰਾ ਕੁਝ ਸਤਲੁਜ ਦਰਿਆ ਵਿੱਚ ਰੋੜ ਦਿੱਤਾ ਹੈ। ਲੋਭ ਨੂੰ ਜਿੱਤਿਆ ਹੋਇਆ ਹੈ। ਫਿਰ ਹੰਕਾਰ ਨੂੰ ਜਿੱਤਿਆ ਹੋਇਆ ਏ। ਨਿਸ਼ਾਨੀ ਕੀ ਹੈ? ਮਹਾਰਾਜ ਨੇ ਕਿਹਾ ਹੀ ਨਹੀਂ ਵੀ ਮੈਂ ਕੌਣ, ਰੱਬ ਆ ਜਾਂ ਕੌਣ ਹੈ। ਸਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਦਸਮ ਗ੍ਰੰਥ ਦੇ ਵਿੱਚ ਇੱਕ ਛੰਦ ਦਾ ਨਾਮ ਹੈ, ਅਕਾਲ ਪੁਰਖ ਬਾਚ ਇਸ ਕੀਟ ਪ੍ਰਤ। ਕਹਿੰਦੇ ਵੀ ਰੱਬ ਦਾ ਹੁਕਮ ਹੋਇਆ ਮੈਨੂੰ ਕੀੜੇ ਨੂੰ, ਨਿਮਾਣੇ ਜੇ ਸੇਵਕ ਨੂੰ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੰਕਾਰ ਨੂੰ ਜਿੱਤਿਆ। ਹੰਕਾਰ ਤਾਂ ਗੁਰੂ ਸਾਹਿਬ ਦੇ ਵਿੱਚ ਹੈ ਹੀ ਨਹੀਂ ਆ। ਇਵੇਂ ਇਹ ਜੋ ਗੁਰਬਾਣੀ ਦਾ ਬਚਨ ਹੈ ਵੀ ਇਸ ਕਲਯੁਗ ਦੇ ਸਮੇਂ ਦੇ ਵਿੱਚ ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਸਤਿਗੁਰੂ ਸਾਹਿਬ ਜੀ ਉਹ ਵੀ ਸੂਰਮੇ ਨੇ ਜਿਨ੍ਹਾਂ ਨੂੰ ਬਾਣੀ ਦਾ ਰੰਗ ਲੱਗਾ ਹੈ। ਸਤਿਗੁਰੂ ਉਹ ਵੀ ਸੂਰਮੇ ਨੇ ਜਿਨ੍ਹਾਂ ਪੰਜਾਂ ਨੂੰ ਜਿੱਤਿਆ। ਸਤਿਗੁਰੂ ਉਹ ਵੀ ਸੂਰਮੇ ਨੇ ਜਿਹੜੇ ਦੀਨਾਂ ਵਾਸਤੇ ਨਿਮਾਣਿਆਂ ਲਈ ਲੜਦੇ ਰਹੇ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬੇਅੰਤ ਗੁਣ ਨੇ ਮਹਾਰਾਜ ਦੇ, ਜਿੰਨੇ ਵੀ ਕਹੀਏ ਥੋੜੇ ਹਨ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦਾ ਆਗਮਨ ਪੋਹ ਸੁਦੀ ਸਪਤਮੀ 1723 ਬਿਕਰਮੀ ਸੰਮਤ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਆਗਮਨ 1666 ਈਸਵੀ ਸ੍ਰੀ ਪਟਨਾ ਸਾਹਿਬ ਦੀ ਉਹ ਪਵਿੱਤਰ ਧਰਤੀ ਜਿੱਥੇ ਹਰਮੰਦਰ ਜੀ, ਤਖਤ ਹਰਮੰਦਰ ਜੀ ਪਟਨਾ ਸਾਹਿਬ ਸੁਭਾਏਮਾਨ ਹੈ, ਇਸ ਥਾਂ ਤੇ ਮਹਾਰਾਜ ਦਾ ਆਗਮਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਅੱਜ ਦਾ ਦਿਨ ਜਿਹੜਾ ਅੰਮ੍ਰਿਤ ਵੇਲਾ ਲੰਘ ਗਿਆ ਹੈ, ਇਸ ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ ਨੇ। ਸਤਿਗੁਰਾਂ ਦਾ ਆਪਣਾ ਬਚਨ ਹੈ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮੁਹਿਆਨੋ। ਕਹਿੰਦੇ ਵੀ ਮੈਂ ਆਪਣੀ ਕਥਾ ਖੁਦ ਕਹਿਣਾ ਹਾਂ, ਜਿਵੇਂ ਮੈਨੂੰ ਬੰਦਗੀ ਕਰਦਿਆਂ ਨੂੰ ਸੰਸਾਰ ਦੇ ਵਿੱਚ ਲੈ ਕੇ ਆਂਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਪਰਮੇਸ਼ਰ ਨੂੰ ਕਹਿ ਕੇ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮੁਹਿਆਨੋ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ। ਕਹਿੰਦੇ ਵੀ ਜਿੱਥੇ ਸਪਤ 7 ਬਲਦਾਂ ਦੇ ਸਿੰਘਾਂ ਵਰਗੀਆਂ ਤਿੱਖੀਆਂ ਚੋਟੀਆਂ ਆਕਾਸ਼ ਦੇ ਨਾਲ